Welcome students. Today we are going to start with another topic, that is accounting of non-for-profit organizations. Not for profit organization, it is also called non-profit organizations. So non-profit organizations ਕਿਹੜੀਆਂ organizations ਨੇ? ਇਹ organizations ਨੇ, these are those organizations which provide the services to its members and society without having profit ਐਜ਼ ਅ ਮੇਨ ਓਬਜੈਕਟਿਵ। ਇਟ ਮੀਨਸ ਇਹ ਉਹ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਜਿਨ੍ਹਾਂ ਦਾ ਮੇਨ ਜਿਹੜਾ ਮੋਟਿਵ ਹੁੰਦਾ ਵਾ ਉਹ ਪ੍ਰੋਫਿਟ ਕਮਾਉਣਾ ਨਹੀਂ ਹੁੰਦਾ। ਇਹਨਾਂ ਦਾ ਮੇਨ ਮੋਟਿਵ ਹੁੰਦਾ ਵਾ ਆਪਣੇ ਮੈਂਬਰਸ ਨੂੰ ਅਤੇ ਸੁਸਾਇਟੀ ਨੂੰ ਜਿਹੜਾ ਵਾ ਸਰਵ ਕਰਨਾ, ਸੁਸਾਇਟੀ ਨੂੰ ਅਤੇ ਮੈਂਬਰਸ ਨੂੰ ਸਰਵਿਸ ਪ੍ਰੋਵਾਈਡ ਕਰਨਾ। ਠੀਕ ਹੈ, ਇਹਨਾਂ ਵਿੱਚ ਇਹਨਾਂ ਜਿਹੜੀਆਂ ਆਰਗੇਨਾਈਜੇਸ਼ਨਸ ਵਿੱਚ ਕਿਹੜੀਆਂ ਐਗਜ਼ਾਮਪਲਸ ਆ ਜਾਂਦੀਆਂ? ਸਪੋਰਟਸ ਅਤੇ ਸੋਸ਼ਲ ਕਲੱਬਸ, ਜਿਹੜੇ ਡਿਫਰੈਂਟ ਕਲੱਬਸ ਖੋਲ੍ਹੇ ਗਏ ਨੇ। ਠੀਕ ਹੈ, ਫॉर द ਸੋਸ਼ਲ ਵੈਲਫੇਅਰ। ਆਰਟ ਸੁਸਾਇਟੀਜ਼, ਤਾਂ ਕਿ ਜਿਹੜਾ ਆਰਟਿਸਟਿਕ ਵਰਕ ਹੈਗਾ ਵਾ, ਆਰਟਿਸਟਿਕ ਕੰਮ ਹੈਗਾ ਵਾ, ਉਹਨਾਂ ਨੂੰ ਕੀ ਆ ਪ੍ਰਮੋਟ ਕੀਤਾ ਜਾ ਸਕੇ। ਪ੍ਰੋਫੈਸ਼ਨਲ ਇੰਸਟੀਟਿਊਸ਼ਨਸ ਜਿਹੜੇ ਖੋਲ੍ਹੇ ਗਏ ਨੇ, ਸਟੂਡੈਂਟ ਐਸੋਸੀਏਸ਼ਨਸ ਜਿਹੜੀਆਂ ਖੋਲ੍ਹੀਆਂ ਗਈਆਂ ਨੇ, ਪਬਲਿਕ ਲਾਇਬ੍ਰੇਰੀਜ਼ ਨੇ ਜਾਂ ਪਬਲਿਕ ਹਸਪੀਟਲਸ ਨੇ। ਇਹ ਸਾਰੇ ਜਿਹੜੇ ਆ ਐਗਜ਼ਾਮਪਲਸ ਆ ਜਾਣੀਆਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ, ਬਿਕੋਜ਼ ਇਹ ਸਾਰੀਆਂ ਹੀ ਜਿਹੜੀਆਂ ਐਗਜ਼ਾਮਪਲਸ ਦਿੱਤੀਆਂ ਗਈਆਂ ਇਹ ਸਾਰੀਆਂ ਜਿਹੜੇ ਇਹਨਾਂ ਦਾ ਮੇਨ ਮੋਟਿਵ ਜਿਹੜਾ ਵਾ ਕਦੀ ਵੀ ਪ੍ਰੋਫਿਟ ਕਮਾਉਣਾ ਨਹੀਂ ਹੁੰਦਾ। ਇਹਨਾਂ ਦਾ ਮੇਨ ਮੋਟਿਵ ਹੁੰਦਾ ਵਾ ਸੁਸਾਇਟੀ ਨੂੰ ਅਤੇ ਇਹਦੇ ਮੈਂਬਰਸ ਜਿਨ੍ਹਾਂ ਨੇ ਕੀ ਆ ਮੈਂਬਰਸ ਜਿਹੜੇ ਕੀ ਆ ਜਿਨ੍ਹਾਂ ਨੇ ਇੱਥੇ ਇਹਨਾਂ ਵਿੱਚ ਕੰਟਰੀਬਿਊਟ ਕੀਤਾ ਵਾ ਉਹਨਾਂ ਦੀ ਹੈਲਪ ਕਰਨਾ। ਠੀਕ ਹੈ, ਇਹਨਾਂ ਦਾ ਸੋਰਸ ਆਫ ਰੈਵਨਿਊ ਵੀ ਜਿਹੜਾ ਵਾ ਉਹ ਹੋ ਜਾਂਦਾ ਹੈ, ਸਬਸਕ੍ਰਿਪਸ਼ਨ ਹੋ ਜਾਂਦਾ, ਡੋਨੇਸ਼ਨ ਹੋ ਜਾਂਦੀ ਆ, ਫੀਸ ਹੋ ਜਾਂਦੀ ਹੈ ਜਿਹੜੀ ਕਿ ਮੈਂਬਰਸ਼ਿਪ ਮੈਂਬਰਸ ਨੇ ਪ੍ਰੋਵਾਈਡ ਕੀਤੀ ਆ, ਜਾਂ ਕਿਸੇ ਤਰ੍ਹਾਂ ਦੀ ਜਿਹੜੀ ਐਂਟਰੀ ਫੀਸ ਹੈਗੀ ਆ ਉਹ ਉਹਨਾਂ ਜਿਹੜੀ ਆ ਦਿੱਤੀ ਆ। ਠੀਕ ਹੈ, ਨੈਕਸਟ ਹੈ ਫੀਚਰਸ ਆਫ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ। ਕਿਹੜੇ ਫੀਚਰਸ ਹੈਗੇ ਨੇ? ਫਸਟ ਹੈ ਸੋਸ਼ਲ ਆਰਗੇਨਾਈਜੇਸ਼ਨ। ਸੋਸ਼ਲ ਆਰਗੇਨਾਈਜੇਸ਼ਨ ਇਹਨਾਂ ਨੂੰ ਕਿਉਂ ਕਿਹਾ ਗਿਆ ਵਾ? ਬਿਕੋਜ਼ ਥੀਜ਼ ਆਰਗੇਨਾਈਜੇਸ਼ਨਸ ਆਰ ਐਕਚੁਅਲੀ ਵਰਕ ਫॉर द ਸੁਸਾਇਟੀ। ਠੀਕ ਹੈ, ਇਹਨਾਂ ਦਾ ਕਿਤੇ ਵੀ ਮੋਟਿਵ ਨਹੀਂ ਹੈ ਕਿ ਇਹਨਾਂ ਨੇ ਆਪਣੇ ਪਰਸਨਲ ਇੰਟਰਸਟ ਵਾਸਤੇ ਕੰਮ ਕਰਨਾ। ਇਹਨਾਂ ਦਾ ਮੇਨ ਮੋਟਿਵ ਹੁੰਦਾ ਵਾ ਇਹਨਾਂ ਨੇ ਸੁਸਾਇਟੀ ਨੂੰ ਸਰਵ ਕਰਨਾ ਵਾ, ਸੁਸਾਇਟੀ 'ਤੇ ਕੰਮ ਕਰਨੇ ਨੇ। ਨੈਕਸਟ ਹੈ ਸਰਵਿਸ ਮੋਟਿਵ। ਇਹਨਾਂ ਦਾ ਮੇਨ ਮੋਟਿਵ ਕੀ ਆ? ਸਰਵਿਸ ਪ੍ਰੋਵਾਈਡ ਕਰਨਾ ਵਾ, ਨਾ ਕਿ ਪ੍ਰੋਫਿਟ ਨੂੰ ਅਰਨ ਕਰਨਾ। ਸੋਰਸ ਆਫ ਫਾਈਨਾਂਸ ਅਸੀਂ ਪਹਿਲੀ ਕਰ ਚੁੱਕੇ ਹਾਂ। ਸੋਰਸ ਆਫ ਫਾਈਨਾਂਸ ਇਹਨਾਂ ਦਾ ਕੀ ਰਹਿੰਦਾ ਹੈ? ਸਬਸਕ੍ਰਿਪਸ਼ਨ ਹੁੰਦੀ ਹੈ। ਠੀਕ ਹੈ, ਜਿਹੜੇ ਕੀ ਹੈ ਮੈਂਬਰਸ ਪ੍ਰੋਵਾਈਡ ਕਰਦੇ ਆ ਮੰਥਲੀ ਜਾਂ ਈਅਰਲੀ ਜਾਂ ਕੁਆਟਰਲੀ ਜਾਂ ਹਾਫ ਈਅਰਲੀ, ਜਾਂ ਡੋਨੇਸ਼ਨਸ ਹੁੰਦੀਆਂ ਵਾ। ਠੀਕ ਹੈ, ਜਾਂ ਫਿਰ ਫੀਸ, ਮੈਂਬਰਸ਼ਿਪ ਫੀਸ ਜਾਂ ਐਂਟਰੀ ਫੀਸ ਜਿਹੜੀ ਵੀ ਹੁੰਦੀ ਹੈ। ਠੀਕ ਹੈ, ਨੈਕਸਟ ਹੈਗੇ ਆ ਅਕਾਊਂਟਸ। ਇਹਨਾਂ ਦੇ ਅਕਾਊਂਟਸ ਜਿਹੜੇ ਕਿੱਦਾਂ ਪ੍ਰੀਪੇਅਰ ਕੀਤੇ ਜਾਂਦੇ ਆ? ਇਹਨਾਂ ਦਾ ਕਿਉਂਕਿ ਪ੍ਰੋਫਿਟ ਮੋਟਿਵ ਨਹੀਂ ਹੁੰਦਾ, ਇਹ ਅਸੀਂ ਅੱਗੇ ਸਿੱਖਾਂਗੇ ਕਿ ਇਹ ਜਿਹੜੇ ਆਪਣੇ ਅਕਾਊਂਟਸ ਕਿੱਦਾਂ ਕਿਹੜੇ ਅਕਾਊਂਟਸ ਜਿਹੜੇ ਆ ਪ੍ਰੀਪੇਅਰ ਕਰਦੇ, ਬਿਕੋਜ਼ ਇਹਨਾਂ ਨੂੰ ਕਿਸੇ ਤਰ੍ਹਾਂ ਉਹ ਪ੍ਰੋਫਿਟ ਐਂਡ ਲਾਸ ਅਕਾਊਂਟ 'ਤੇ ਕਦੇ ਵੀ ਨਹੀਂ ਪ੍ਰੀਪੇਅਰ ਕਰਦੇ, ਕਿਉਂਕਿ ਪ੍ਰੋਫਿਟ ਕਮਾਉਣਾ ਇਹਨਾਂ ਦਾ ਕੋਈ ਵੀ ਮੋਟਿਵ ਨਹੀਂ ਹੈਗਾ। ਠੀਕ ਹੈ, ਨੈਕਸਟ ਹੈ ਫੋਰਮ। ਇਹ ਕਿਸ ਤਰ੍ਹਾਂ ਦੀ ਫੋਰਮ ਹੈਗੀ ਆ? ਇਹ ਫੋਰਮ ਹੈਗੀ ਆ ਜਿਹਦਾ ਕੀ ਆ ਮੇਨ ਮੋਟਿਵ ਕੀ ਆ? ਸੁਸਾਇਟੀ ਨੂੰ ਸਰਵਿਸ ਪ੍ਰੋਵਾਈਡ ਕਰਨਾ। ਠੀਕ ਹੈ, ਨਾ ਕਿ ਪ੍ਰੋਫਿਟ ਜਿਹੜਾ ਵਾ ਕਮਾਉਣਾ। ਨੈਕਸਟ ਫੰਡਿੰਗ। ਫੰਡਿੰਗ ਮੀਨਸ ਇਹਨਾਂ ਨੂੰ ਫੰਡਸ ਕਿੱਥੋਂ ਆਉਂਦੇ ਨੇ? ਫੰਡਸ ਇਹਨਾਂ ਦੇ ਕਿੱਥੋਂ ਆਉਂਦੇ ਨੇ? ਇਹਨਾਂ ਦੇ ਮੈਂਬਰਸ ਤੋਂ ਆਉਂਦੇ ਨੇ, ਸੁਸਾਇਟੀ ਤੋਂ ਆਉਂਦੇ ਨੇ, ਥਰਡ ਪਾਰਟੀ ਜੇ ਕੋਈ ਕਿਸੇ ਨੇ ਡੋਨੇਸ਼ਨ ਦੇਣੀ ਆ ਉਹ ਇਹਦਾ ਜਿਹੜਾ ਇਹ ਫੰਡਸ ਦਾ ਇੱਕ ਮੇਨ ਸੋਰਸ ਹੁੰਦਾ ਹੈ। ਨੈਕਸਟ ਵਿੱਚ ਅਸੀਂ ਕਰਾਂਗੇ ਡਿਸਟਿੰਗੁਇਸ਼ ਬਿਟਵੀਨ ਦ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਐਂਡ ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨਸ। ਕੀ ਇਹਨਾਂ ਦੋਨਾਂ ਵਿੱਚ ਡਿਫਰੈਂਸ ਕੀ ਹੈ? ਸਭ ਤੋਂ ਪਹਿਲਾਂ ਕੀ ਹੈ? ਆਬਜੈਕਟਿਵ। ਜਿਹੜੀਆਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ ਉਹਨਾਂ ਦਾ ਬੇਸਿਕ ਆਬਜੈਕਟਿਵ ਕੀ ਆ? ਟੂ ਰੈਂਡਰ ਦ ਸਰਵਿਸਿਸ, ਮਤਲਬ ਜਿਹੜੀ ਸੁਸਾਇਟੀ ਹੈਗੀ ਆ, ਸੁਸਾਇਟੀ ਦੇ ਮੈਂਬਰਸ ਹੈਗੇ ਨੇ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰਨਾ। ਜਦੋਂ ਕਿ ਜਿਹੜੀਆਂ ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਦਾ ਮੇਨ ਆਬਜੈਕਟਿਵ ਕੀ ਆ? ਟੂ ਅਰਨ ਦ ਪ੍ਰੋਫਿਟ। ਠੀਕ ਹੈ, ਨੈਕਸਟ ਹੈਗਾ ਨੈਟ ਰਿਜ਼ਲਟ। net result from the activities of these organization is termed as surplus or deficit। ਜਿਹੜੀਆਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ ਵਾ ਉਹ ਉਹਨਾਂ ਦੀਆਂ ਜਿਹੜੀਆਂ ਵੀ ਈਅਰਲੀ ਐਕਟੀਵਿਟੀਜ਼ ਰਹਿੰਦੀਆਂ, ਉਹਨਾਂ ਦੀਆਂ ਡੇ ਟੂ ਡੇ ਐਕਟੀਵਿਟੀਜ਼ ਜਿਹੜੀਆਂ ਵੀ ਰਹਿੰਦੀਆਂ ਹੈਗੀਆਂ ਵਾ ਉਹਨਾਂ ਵਿੱਚੋਂ ਉਹਨਾਂ ਦੀ ਅਕਾਊਂਟਿੰਗ ਤੋਂ ਬਾਅਦ ਅਗਰ ਕੋਈ ਸਰਪਲਸ ਅਗਰ ਕੋਈ ਅਮਾਊਂਟ ਬਚਦਾ ਵਾ ਅਤੇ ਉਸ ਅਮਾਊਂਟ ਨੂੰ ਅਸੀਂ ਕਦੀ ਵੀ ਪ੍ਰੋਫਿਟ ਜਾਂ ਲੋਸ ਦਾ ਨਾਮ ਨਹੀਂ ਦੇਵਾਂਗੇ, ਅਸੀਂ ਉਹਨਾਂ ਨੂੰ ਕਹਾਂਗੇ ਕਿਉਂਕਿ ਇਹ ਸਰਪਲਸ ਅਮਾਊਂਟ ਆ ਜਿਹੜੇ ਕੀ ਆ ਬਿਜ਼ਨਸ ਆਰਗੇਨਾਈਜੇਸ਼ਨ ਆਪਣੇ ਕੋਲ ਰਿਟੇਨ ਕਰਕੇ ਰੱਖਦੀ ਹੈ। ਜਾਂ ਫਿਰ ਅਗਰ ਅਮਾਊਂਟ ਜਿਹੜਾ ਵਾ ਉਹ ਸਾਡੇ ਖਰਚੇ ਜ਼ਿਆਦਾ ਹੋ ਗਏ ਨੇ, ਐਕਸਪੈਂਡੀਚਰ ਜ਼ਿਆਦਾ ਨੇ ਅਤੇ ਸਾਨੂੰ ਸੋਰਸ ਆਫ ਰੈਵਨਿਊ ਘੱਟ ਆਇਆ ਅਤੇ ਉਸ ਕੇਸ ਵਿੱਚ ਕੀ ਆ ਡੈਫੀਸਿਟ ਜਿਹੜੀ ਪੋਜੀਸ਼ਨ ਆ ਸ਼ੋ ਹੋ ਰਹੀ ਆ ਅਤੇ ਉਹਨੂੰ ਅਸੀਂ ਕਦੇ ਵੀ ਲੋਸ ਨਹੀਂ ਕਹਾਂਗੇ, ਉਹਨੂੰ ਅਸੀਂ ਡੈਫੀਸਿਟ ਅਮਾਊਂਟ ਕਹਾਂਗੇ। ਜਦੋਂ ਕਿ ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨਸ ਦੇ ਕੇਸ ਵਿੱਚ ਕੀ ਆ ਇਹ ਜਿਹੜਾ ਨੈਟ ਰਿਜ਼ਲਟ ਹੁੰਦਾ ਉਹਨੂੰ ਜਾਂ ਤਾਂ ਅਸੀਂ ਪ੍ਰੋਫਿਟ ਕਹਿੰਦੇ ਹਾਂ ਜਾਂ ਉਹਨੂੰ ਅਸੀਂ ਲੋਸ ਕਹਿੰਦੇ ਹਾਂ। ਫਾਈਨਲ ਅਕਾਊਂਟਸ ਦੇਖੋ, ਜਿਹੜੇ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ ਆਪਣੇ ਫਾਈਨਲ ਅਕਾਊਂਟਸ ਵਿੱਚ ਕੀ ਪ੍ਰੀਪੇਅਰ ਕਰਦੀਆਂ? ਰਿਸਿਪਟ ਐਂਡ ਪੇਮੈਂਟ ਅਕਾਊਂਟ ਪੇ ਕਰਦੀਆਂ,
ਬਣਾਉਂਦੀਆਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਤੇ ਬੈਲੈਂਸ ਸ਼ੀਟ। ਮਤਲਬ 3 ਸਟੇਟਮੈਂਟਸ ਜਿਹੜੀਆਂ ਬਣਾਈਆਂ ਜਾਂਦੀਆਂ, ਇੱਕ ਹੁੰਦੀ ਹੈ ਰਿਸਿਪਟ ਐਂਡ ਪੇਮੈਂਟ ਅਕਾਊਂਟ, ਇੱਕ ਹੈ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ, ਇੱਕ ਹੁੰਦੀ ਹੈ ਬੈਲੈਂਸ ਸ਼ੀਟ। ਜਦੋਂ ਕਿ ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨਸ ਦੇ ਕੇਸ ਵਿੱਚ ਕੀ ਆ, ਇੱਕ ਉਹ ਬਣਾਉਂਦੇ ਨੇ ਮੈਨੂਫੈਕਚਰਿੰਗ ਅਕਾਊਂਟ, ਦੈਨ ਟ੍ਰੇਡਿੰਗ ਅਕਾਊਂਟ, ਦੈਨ ਪ੍ਰੋਫਿਟ ਐਂਡ ਲਾਸ ਅਕਾਊਂਟ, ਦੈਨ ਲਾਸਟ 'ਤੇ ਉਹ ਕੀ ਪ੍ਰੀਪੇਅਰ ਕਰਦੇ ਨੇ, ਬੈਲੈਂਸ ਸ਼ੀਟ। ਕਲੀਅਰ? ਠੀਕ ਹੈ, ਮਤਲਬ ਇਹ ਜਿਹੜਾ ਹੈਗਾ ਸੀ ਇਹਨਾਂ ਦੋਨਾਂ ਵਿੱਚ ਡਿਫਰੈਂਸ ਹੈਗਾ ਸੀ, ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਐਂਡ ਪ੍ਰੋਫਿਟ ਆਰਗੇਨਾਈਜੇਸ਼ਨਸ, ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨ। ਆਈ ਹੋਪ ਤੁਹਾਨੂੰ ਇਹ ਸਾਰਾ ਜਿਹੜਾ ਟੌਪਿਕ ਅੱਜ ਦਾ ਜਿਹੜਾ ਵਾ ਇੰਟਰੋਡਕਟਰੀ ਪਾਰਟ ਜਿਹੜਾ ਅਸੀਂ ਕੀਤਾ ਉਹ ਸਮਝ ਲੱਗ ਗਿਆ ਹੋਏਗਾ। ਠੀਕ ਹੈ, ਅਸੀਂ ਆਪਣੇ ਨੈਕਸਟ ਲੈਕਚਰ ਵਿੱਚ ਇਹਨਾਂ ਫਾਈਨਲ ਅਕਾਊਂਟਸ ਦੀ ਗੱਲ ਕਰਾਂਗੇ ਜਿਹੜੇ ਕੀ ਆ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਵੱਲੋਂ ਬਣਾਏ ਜਾਂਦੇ ਨੇ। ਠੀਕ ਹੈ, ਜਿਹਦੇ ਵਿੱਚ ਰਿਸਿਪਟ ਐਂਡ ਪੇਮੈਂਟ ਅਕਾਊਂਟ ਹੈ, ਇਨਕਮ ਐਕਸਪੈਂਡੀਚਰ ਅਕਾਊਂਟ ਹੈ ਅਤੇ ਬੈਲੈਂਸ ਸ਼ੀਟ ਹੈ। I hope you all understand. Okay, thank you.